ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਆਪਾਂ ਗੱਲ ਕਰੀਏ ਅੱਜ ਆਪਾਂ ਸੀਰੀਜ਼ ਸਟਾਰਟ ਕਰਾਂਗੇ ਕੈਮਿਸਟਰੀ ਮਾਸਟਰ ਕੈਡਰ ਦੀ। ਦੇਖੋ ਕੈਮਿਸਟਰੀ ਦੇ ਮੈंने ਕੁਝ ਚੈਪਟਰ ਪਹਿਲਾਂ ਕਰਵਾਏ ਹੋਏ ਆ ਤਾਂ ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ। ਅੱਜ ਆਪਾਂ ਕੈਮਿਸਟਰੀ ਦਾ ਨਿਊ ਚੈਪਟਰ ਸਟਾਰਟ ਕਰਾਂਗੇ। ਕਲੀਅਰ। ਅਗਰ ਤੁਸੀਂ ਚੈਨਲ ਤੋਂ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਟਾਰਟ ਕਰਦੇ ਹਾਂ। ਅੱਜ ਜੋ ਚੈਪਟਰ ਹੋਣ ਵਾਲਾ ਹੈ ਉਹ ਹੈ ਇਲੈਕਟ੍ਰੋਕੈਮਿਸਟਰੀ ਐਂਡ ਰਿਡੋਕਸ ਰਿਐਕਸ਼ਨ। ਅੱਜ ਚੈਪਟਰ ਹੋਏਗਾ ਰਿਡੋਕਸ ਰਿਐਕਸ਼ਨ ਐਂਡ ਇਲੈਕਟ੍ਰੋਕੈਮਿਸਟਰੀ। ਨਾਲ ਆਪਾਂ ਐਗਜ਼ਾਮਪਲਸ ਵੀ ਲਵਾਂਗੇ। ਅਗਰ ਤੁਹਾਡਾ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸਟਾਰਟ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਕੀ ਹੈ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਦੇਖੋ ਰਿਡੋਕਸ ਰਿਐਕਸ਼ਨ ਦੀ। ਰਿਡੋਕਸ ਰਿਐਕਸ਼ਨ ਦੇ ਵਿੱਚ ਮੇਨਲੀ ਜਾਂ ਤਾਂ ਦੇਖੋ ਆਕਸੀਡੇਸ਼ਨ ਹੁੰਦੀ ਹੈ ਜਾਂ ਆਪਾਂ ਗੱਲ ਕਰੀਏ ਰਿਡਕਸ਼ਨ ਹੁੰਦੀ ਹੈ। ਮੀਨਸ ਦੋ ਪ੍ਰੋਸੈਸ ਹੁੰਦੇ ਨੇ ਆਕਸੀਡੇਸ਼ਨ ਐਂਡ ਰਿਡਕਸ਼ਨ। ਮੀਨਸ ਦੋ ਰਿਡੋਕਸ ਰਿਐਕਸ਼ਨ ਦੀ ਅੱਗੇ ਦੋ ਟਾਈਪਸ ਨੇ। ਇੱਕ ਹੁੰਦੀ ਹੈ ਡਾਇਰੈਕਟ ਰਿਡੋਕਸ ਰਿਐਕਸ਼ਨ, ਇੱਕ ਹੁੰਦੀ ਹੈ ਇਨਡਾਇਰੈਕਟ ਰਿਡੋਕਸ ਰਿਐਕਸ਼ਨ। ਇਸ ਦੇ ਵਿੱਚ ਮੇਨ ਗੱਲ ਕਰੀਏ ਤਾਂ ਆਕਸੀਡੇਸ਼ਨ ਦੀ ਸਭ ਤੋਂ ਪਹਿਲਾਂ ਦੇਖਾਂਗੇ। ਦੇਖੋ ਆਕਸੀਡੇਸ਼ਨ OXI ਤਿੰਨ ਵਰਡ ਨੇ। ਆਕਸੀਜਨ ਵੀ ਇਦਾਂ ਹੀ ਪੈਂਦਾ ਨਾ ਆਈ ਥਿੰਕ OXI ਆਕਸੀਜਨ ਮਤਲਬ OX ਫਸਟ ਆਉਂਦਾ ਤਾਂ ਇਹਦਾ ਮਤਲਬ ਇਹਦੇ ਵਿੱਚ ਕੀ ਐਡ ਕਰਾਂਗੇ ਆਕਸੀਜਨ ਐਡ ਕਰਾਂਗੇ। ਜਦੋਂ ਹੁਣ ਇੱਕ ਚੀਜ਼ ਐਡ ਕਰਾਂਗੇ ਦੂਜੀ ਚੀਜ਼ ਰਿਮੂਵ ਕਰਾਂਗੇ ਤਾਂ ਇਹਦੇ ਵਿੱਚ ਰਿਮੂਵ ਕਿਹਨੂੰ ਕਰਾਂਗੇ ਆਪਾਂ ਹਾਈਡਰੋਜਨ ਨੂੰ ਕੀ ਕਰਾਂਗੇ ਰਿਮੂਵ ਕਰਾਂਗੇ। ਇਹ ਇੱਕ ਐਨੋਡਿਕ ਇਨ ਨੇਚਰ ਹੁੰਦੀ ਹੈ ਜੋ ਰਿਐਕਸ਼ਨ ਹੁੰਦੀ ਹੈ। ਦੇਖੋ ਆਕਸੀਡੇਸ਼ਨ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਜੋ ਇਲੈਕਟ੍ਰੋਨਸ ਹੁੰਦੇ ਨੇ ਉਹ ਲੂਜ਼ ਕੀਤੇ ਜਾਂਦੇ ਨੇ। ਮੀਨਸ ਦੇਖੋ ਨਾ ਜ਼ਿੰਕ ਹੈ, ਜ਼ਿੰਕ ਕਿਸ 'ਚ ਕਨਵਰਟ ਹੋ ਗਿਆ ਜ਼ਿੰਕ ਟੂ ਪੋਜ਼ੀਟਿਵ ਦੇ ਵਿੱਚ। ਦੇਖੋ ਪੋਜ਼ੀਟਿਵ ਸਾਈਨ ਉਦੋਂ ਆਉਂਦਾ ਜਦੋਂ ਦੋ ਇਲੈਕਟ੍ਰੋਨ ਕੀ ਹੋ ਜਾਣ ਲੂਜ਼ ਹੋ ਜਾਣ। ਜ਼ਿੰਕ ਕਿਸ 'ਚ ਕਨਵਰਟ ਹੋ ਗਿਆ ਜ਼ਿੰਕ ਟੂ ਪੋਜ਼ੀਟਿਵ ਦੇ ਵਿੱਚ। ਇਸ ਦਾ ਮਤਲਬ ਇੱਥੇ ਕੀ ਹੋ ਰਹੀ ਹੈ ਜ਼ਿੰਕ ਦੀ ਆਕਸੀਡੇਸ਼ਨ ਹੋ ਰਹੀ ਹੈ। ਕਲੀਅਰ। ਜੋ ਚੀਜ਼ ਆਕਸੀਡੇਸ਼ਨ ਹੈ ਆਕਸੀਡੇਸ਼ਨ ਕਰਵਾਏਗਾ ਉਹ ਕਿਹੜਾ ਹੁੰਦਾ ਰਿਡਿਊਸਿੰਗ ਏਜੰਟ ਕਿਹਾ ਜਾਂਦਾ। ਮੀਨਸ ਜਦੋਂ ਆਪਾਂ ਏਜੰਟ ਦੀ ਗੱਲ ਕਰਾਂਗੇ ਤਾਂ ਇਹ ਇੱਕ ਦੂਜੇ ਦੇ ਕੀ ਹੋ ਜਾਂਦੇ ਨੇ ਆਪੋਜ਼ਿਟ ਹੋ ਜਾਂਦੇ ਹੈ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਦੇਖੋ ਰਿਡਕਸ਼ਨ ਦੀ ਤਾਂ ਰਿਡਕਸ਼ਨ ਕੀ ਹੁੰਦਾ ਜਿੱਥੇ ਐਡੀਸ਼ਨ ਹੋਵੇ ਹਾਈਡਰੋਜਨ ਦੀ ਬਟ ਰਿਮੂਵਲ ਕੀ ਹੋ ਜਾਣ ਆਕਸੀਜਨ ਤਾਂ ਉਸਨੂੰ ਰਿਡਕਸ਼ਨ ਕਿਹਾ ਜਾਂਦਾ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਹ ਕੀ ਹੁੰਦੇ ਹੈ ਕੈਥੋਡਿਕ ਇਨ ਨੇਚਰ। ਦੇਖੋ ਜੋ ਆਕਸੀਡੇਸ਼ਨ ਸੀ ਉਹ ਐਨੋਡਿਕ ਇਨ ਨੇਚਰ ਸੀ ਬਟ ਅਗਰ ਮੈਂ ਗੱਲ ਕਰਾਂ ਰਿਡਕਸ਼ਨ ਦੀ ਉਹ ਕੀ ਹੁੰਦੇ ਨੇ ਕੈਥੋਡਿਕ ਇਨ ਨੇਚਰ ਹੁੰਦੇ ਆ। ਆਕਸੀਡੇਸ਼ਨ ਦੇ ਵਿੱਚ ਅਗਰ ਇਲੈਕਟ੍ਰੋਨ ਨੂੰ ਲੂਜ਼ ਕੀਤਾ ਜਾਂਦਾ ਸੀ ਤਾਂ ਰਿਡਕਸ਼ਨ ਦੇ ਵਿੱਚ ਇਲੈਕਟ੍ਰੋਨ ਨੂੰ ਕੀ ਕੀਤਾ ਜਾਂਦਾ ਗੇਨ। ਜਿਵੇਂ ਹੁਣ ਕਾਪਰ 2 ਪੋਜ਼ੀਟਿਵ ਸੀ ਇਸਨੇ ਦੋ ਇਲੈਕਟ੍ਰੋਨ ਗੇਨ ਕਰ ਲਏ ਕਿਹਦੇ ਵਿੱਚ ਕਨਵਰਟ ਹੋ ਜੋ ਕਾਪਰ ਦੇ ਵਿੱਚ ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ ਰਿਡਕਸ਼ਨ ਬਣ ਜਾਏਗਾ। ਕਲੀਅਰ। ਤਾਂ ਇਸ ਵੇ ਦੇ ਨਾਲ ਹੈ ਜੋ ਕਾਪਰ ਕੀ ਹੈ ਦੇਖੋ ਹੁਣ ਕਾਪਰ ਰਿਡਕਸ਼ਨ ਕਰਵਾ ਰਿਹਾ ਬਟ ਇਹ ਏਜੰਟ ਕਿਹੜਾ ਹੋਏਗਾ ਆਕਸੀਡਾਈਜ਼ਿੰਗ ਏਜੰਟ ਹੋਏਗਾ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਦੇਖੋ ਰਿਡਿਊਸਿੰਗ ਏਜੰਟ ਤੇ ਆਕਸੀਡਾਈਜ਼ਿੰਗ ਏਜੰਟ opposite है। जो रिडक्शन करवाएगा वो ऑक्सीडाइजिंग एजेंट, जो ऑक्सीडेशन करवाएगा वो रिड्यूसिंग एजेंट। क्लियर। ਨੈਕਸਟ ਆਪਾਂ ਗੱਲ ਕਰਾਂਗੇ ਆਕਸੀਡੇਸ਼ਨ ਨੰਬਰ ਦੀ। ਆਕਸੀਡੇਸ਼ਨ ਨੰਬਰ ਕੀ ਹੁੰਦਾ ਆਕਸੀਡੇਸ਼ਨ ਨੰਬਰ ਦਾ ਮਤਲਬ ਕੀ ਹੈ ਜੋ ਬਚਿਆ ਹੋਇਆ ਰੈਜ਼ੀਡਿਊਲ ਚਾਰਜ ਹੈ ਕਿਸੇ ਵੀ ਐਟਮ ਉੱਪਰ ਜੋ ਅਪੀਅਰ ਹੋ ਰਿਹਾ ਜਦੋਂ ਬਾਹਰ ਵਾਲਾ ਐਟਮ ਕੀ ਹੈ ਜਾਂ ਤਾਂ ਇਲੈਕਟ੍ਰੋਨਸ ਨੂੰ ਵਿਡਰੋ ਕਰ ਰਿਹਾ ਆਇਨਸ ਨੂੰ ਵਿਡਰੋ ਕਰ ਰਿਹਾ ਜਾਂ ਗੇਨ ਕਰ ਰਿਹਾ ਤਾਂ ਉਹਦੇ ਉੱਪਰ ਕੀ ਹੋਊਗਾ ਆਕਸੀਡੇਸ਼ਨ ਨੰਬਰ। ਇਹ ਪੋਜ਼ਿਟਿਵ ਵੀ ਹੋ ਸਕਦਾ ਹੈ ਨੈਗੇਟਿਵ ਵੀ ਹੋ ਸਕਦਾ ਤੇ ਜ਼ੀਰੋ ਵੀ ਹੋ ਸਕਦਾ ਹੈ। ਕਲੀਅਰ। ਦੇਖੋ ਜਦੋਂ ਤਾਂ ਰਿਡਕਸ਼ਨ ਟੂ ਰਿਐਕਟੈਂਟ ਟੂ ਪ੍ਰੋਡਕਟ ਜਾ ਰਿਹਾ ਆਪਣੀ ਆਕਸੀਡੇਸ਼ਨ ਰਿਐਕਸ਼ਨ ਹੋ ਰਹੀ ਹੈ ਤਾਂ ਆਕਸੀਡੇਸ਼ਨ ਨੰਬਰ ਇਨਕਰੀਜ਼ ਕਰੇਗਾ। ਅਗਰ ਰਿਡਕਸ਼ਨ ਰਿਐਕਸ਼ਨ ਹੋ ਰਹੀ ਹੈ ਤਾਂ ਆਕਸੀਡੇਸ਼ਨ ਨੰਬਰ ਕੀ ਕਰੇਗਾ ਆਪਣੇ ਕੋਲ ਡਿਕਰੀਜ਼ ਕਰੇਗਾ। ਕਲੀਅਰ। ਹੁਣ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਹਾਈਡਰੋਜਨ ਦੇ ਲਈ +1 ਹੁੰਦੀ ਹੈ ਆਕਸੀਡੇਸ਼ਨ ਨੰਬਰ, ਆਕਸੀਜਨ ਦੇ ਲਈ -2, ਐਲਕਲਾਈ ਮੈਟਲ ਦੇ ਲਈ ਵੀ +1 ਹੁੰਦੀ ਹੈ। ਠੀਕ ਹੈ ਜੀ। ਐਲਕਲਾਈਨ ਮੈਟਲ ਦੇ ਲਈ ਵੀ। ਨੈਕਸਟ ਆਪਾਂ ਗੱਲ ਕਰਾਂਗੇ ਕੁਝ ਰੂਲਸ ਸੀਗੇ। ਦੇਖੋ ਅਗਰ ਆਪਾਂ ਹੁਣ ਕੋਈ ਐਗਜ਼ਾਮਪਲ ਲੈ ਲੈਂਦੇ ਹਾਂ ਆਕਸੀਡੇਸ਼ਨ ਨੰਬਰ ਨਿਕਾਲਣ ਦੀ। ਮੰਨ ਲਓ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਜਸਟ ਅ ਸੈਕਿੰਡ ਹਾਂਜੀ ਮੰਨ ਲਓ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਕੀ ਪ੍ਰੈਜ਼ੈਂਟ ਹੈ KMnO4 ਪ੍ਰੈਜ਼ੈਂਟ ਹੈ। KMnO4 ਪ੍ਰੈਜ਼ੈਂਟ ਹੈ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਆਪਾਂ ਨੇ ਕਿਹਦੀ ਪਤਾ ਕਰਨੀ ਹੈ ਮੰਨ ਲਓ ਮੈਗਨੀਜ਼ ਦੀ ਪਤਾ ਕਰਨੀ ਹੈ। ਆਕਸੀਜਨ 'ਤੇ ਕਿੰਨੀ ਹੁੰਦੀ ਹੈ 2 ਨੈਗੇਟਿਵ। ਕਿੰਨੇ ਮੋਲੀਕਿਊਲਸ ਪ੍ਰੈਜ਼ੈਂਟ ਨੇ ਆਕਸੀਜਨ ਦੇ 4 ਪ੍ਰੈਜ਼ੈਂਟ ਹੈ। 4 × 2 ਕਿੰਨਾ ਹੋ ਗਿਆ -8 ਐਕਸ ਐਡ ਹੋ ਜਾਊਗਾ। ਅਗਰ ਆਪਾਂ ਗੱਲ ਕਰੀਏ ਪੋਟਾਸ਼ੀਅਮ 'ਤੇ ਕਿੰਨੀ ਹੁੰਦੀ ਹੈ +1 K 'ਤੇ 1 ਐਡ ਕਰ ਦਾਂਗੇ +1 ਕਿੰਨਾ ਬਣ ਜਾਏਗਾ -7 ਬਣ ਜਾਏਗਾ।
ਤਾਂ x ਦੀ ਵੈਲਿਊ ਕਿੰਨੀ ਆ ਜਾਏਗੀ ਆਪਣੇ ਕੋਲ 7 ਆ ਜਾਏਗੀ। ਤਾਂ 7 ਕੀ ਹੈ ਆਪਣੇ ਕੋਲ 7 ਆਕਸੀਡੇਸ਼ਨ ਨੰਬਰ ਹੈ। ਕਲੀਅਰ। ਇਸ ਵੇ ਦੇ ਨਾਲ ਤੁਸੀਂ ਆਕਸੀਡੇਸ਼ਨ ਨੰਬਰ ਕੀ ਹੈ ਨਿਕਾਲ ਸਕਦੇ ਹੋ। ਆਈ ਹੋਪ ਸਮਝ ਆ ਚੁੱਕੀ ਹੈ। ਇਹ ਤੁਹਾਡਾ ਕੀ ਸੀ ਰਿਡੌਕਸ ਰਿਐਕਸ਼ਨ ਸੀਗਾ। ਨੈਕਸਟ ਆਪਾਂ ਗੱਲ ਕਰਾਂਗੇ। ਹਾਂਜੀ ਨੈਕਸਟ ਕੁਛ ਐਗਜ਼ਾਮਪਲਸ ਲਿੱਤੀਆਂ ਹੋਈਆਂ ਨੇ। ਦੇਖੋ ਜਿਵੇਂ ਹੁਣ ਆ KMNO4 ਦੀ ਮੈਂ ਤੁਹਾਨੂੰ ਕਰਵਾ ਹੀ ਦਿੱਤੀ। H3PO4 ਦੀ ਦੇਖੋ ਹਾਈਡਰੋਜਨ 'ਤੇ ਕਿੰਨਾ ਚਾਰਜ ਹੁੰਦਾ 1, ਪੀ ਦੀ ਆਪਾਂ ਨੇ ਪਤਾ ਕਰਨਾ ਹੈ। ਆਕਸੀਜਨ 'ਤੇ 2 ਨੈਗੇਟਿਵ ਹੁੰਦਾ ਤਾਂ ਆਪਣੇ ਕੋਲ x ਕਿੰਨਾ ਆ ਗਿਆ 5 ਆ ਗਿਆ। ਨੈਕਸਟ ਆਪਾਂ ਗੱਲ ਕਰਾਂਗੇ ਜਿਵੇਂ ਦੇਖੋ H2S2O7। ਹੁਣ ਇਹ ਤੁਸੀਂ ਖੁਦ ਨਿਕਾਲ ਕੇ ਦੇਖਣੀ ਹੈ ਕਿ ਕਿੱਦਾਂ ਕੀ ਆ ਆਪਣੇ ਕੋਲ S2 ਦੀ ਜਾਂ S ਦੀ ਸਲਫਰ ਦੀ ਆਪਣੇ ਕੋਲ ਆਕਸੀਡੇਸ਼ਨ ਨੰਬਰ ਆਏਗਾ। ਨੈਕਸਟ ਆਪਣੇ ਕੋਲ ਇੱਕ ਐਗਜ਼ਾਮਪਲ ਲਈ ਹੋਈ ਹੈ ਜਿਹਦੇ ਵਿੱਚ ਆਕਸੀਡੇਸ਼ਨ ਵੀ ਹੋ ਰਹੀ ਹੈ ਅਤੇ ਰਿਡਕਸ਼ਨ ਵੀ ਹੋ ਰਹੀ ਹੈ। ਦੇਖੋ ਅਗਰ ਆਪਾਂ ਗੱਲ ਕਰੀਏ, ਹਾਂਜੀ ਇੱਧਰ ਇਰੇਜ਼ ਕਰ ਲੈਣਾ ਥੋੜ੍ਹਾ ਜਿਹਾ। ਦੇਖੋ ਇੱਥੇ ਕੀ ਹੋ ਰਹੀ ਹੈ MnO4 ਨੈਗੇਟਿਵ ਸੀ, 8 ਹਾਈਡਰੋਜਨ ਗੇਨ ਕਰ ਲਏ, 5 ਇਲੈਕਟ੍ਰੋਨ ਲੂਜ਼ ਕਰਤੇ ਤਾਂ MnO2 ਪੋਜ਼ੀਟਿਵ ਤੇ 4 ਵਾਟਰ ਦੇ ਮੋਲੀਕਿਊਲ ਬਣ ਗਏ। ਤਾਂ ਇੱਥੇ ਤੁਸੀਂ ਈਜ਼ਲੀ ਦੇਖੋ x 7 ਹੈ। 7 ਤੋਂ ਕੀ ਹੈ ਆਪਣਾ ਅਗਰ ਆਪਾਂ ਗੱਲ ਕਰੀਏ ਤਾਂ ਇਲੈਕਟ੍ਰੋਨ ਦੀ ਗੇਨਿੰਗ ਹੋ ਰਹੀ ਹੈ, ਮਤਲਬ ਇੱਥੇ ਕਿਸ ਦਾ ਕੰਮ ਹੋ ਰਿਹਾ ਆਕਸੀਡਾਈਜ਼ਿੰਗ ਏਜੰਟ ਦਾ ਕੰਮ ਹੋ ਰਿਹਾ, ਮੀਨਸ ਰਿਡਕਸ਼ਨ ਹੋ ਰਹੀ ਹੈ। ਰਿਡਕਸ਼ਨ ਦੇ ਵਿੱਚ ਕੀ ਸੀ ਗੇਨ ਆਫ ਇਲੈਕਟ੍ਰੋਨ ਸੀ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਫ੍ਰੈਕਸ਼ਨਲ ਆਕਸੀਡੇਸ਼ਨ ਨੰਬਰ ਦੀ। ਫ੍ਰੈਕਸ਼ਨ ਆਕਸੀਡੇਸ਼ਨ ਨੰਬਰ ਕੀ ਹੁੰਦਾ? ਕੁਝ ਸੁਪਰ ਆਕਸਾਈਡ ਨੇ ਅਲਕਲਾਈ ਮੈਟਲ ਦੇ ਜਿਵੇਂ KO2 CSO2। ਅਲਕਲਾਈ ਮੈਟਲ ਤੇ ਹਮੇਸ਼ਾ ਯਾਦ ਰੱਖਣਾ +1 ਚਾਰਜ ਤੇ ਆਕਸੀਜਨ ਤੇ ਕੀ ਚਾਰਜ ਹੁੰਦਾ -12। ਨੈਕਸਟ ਅਗਰ ਆਪਾਂ ਗੱਲ ਕਰੀਏ ਦੇਖੋ ਕੁਝ ਕੀ ਹੁੰਦੇ ਨੇ ਐਕਸੈਪਸ਼ਨਸ ਤੋਂ ਬਿਨਾਂ ਤਾਂ ਸਾਇੰਸ ਪੋਸੀਬਲ ਹੀ ਨਹੀਂ ਹੈ। ਅਗਰ ਆਪਾਂ ਗੱਲ ਕਰੀਏ ਕ੍ਰੋਮੀਅਮ ਦੀ CrO5 ਦੀ, ਦੇਖੋ ਇਹਦੇ ਵਿੱਚ ਬਟਰਫਲਾਈ ਸਟਰਕਚਰ ਬਣਦੀ ਹੈ ਤੇ ਇਸ ਦੀ ਅਗਰ ਆਪਾਂ ਪਰਆਕਸਾਈਡ ਦੀ ਗੱਲ ਕਰੀਏ ਤਾਂ ਇੱਥੇ ਆਕਸੀਡੇਸ਼ਨ ਨੰਬਰ ਕਿੰਨਾ ਹੋ ਜਾਂਦਾ +6 ਹੋ ਜਾਂਦਾ ਹੈ। ਕਲੀਅਰ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਜਿੰਨਾ ਸਟਰੋਂਗ ਐਸਿਡ ਹੋਏਗਾ ਉਨੀ ਸਟਰੈਂਥ ਉਹਦੀ ਜ਼ਿਆਦਾ ਹੋਏਗੀ, ਉਨੀ ਆਕਸੀਡੇਸ਼ਨ ਸਟੇਟ ਵੀ ਕੀ ਹੋਏਗੀ ਜ਼ਿਆਦਾ ਹੋਏਗੀ। ਤੁਸੀਂ ਇਹਨਾਂ ਦੀ ਨਿਕਾਲ ਕੇ ਈਜ਼ਲੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਕੀ ਹੈ ਮੂਵਮੈਂਟ ਹੁੰਦੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਸਪੈਕਟਰਲ ਆਇਨ ਦੀ। ਉਹ ਸਪੀਸੀਜ਼ ਜੋ ਸੋਲਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਨੇ, ਕਿਸ ਦੇ ਵਿੱਚ ਪ੍ਰੈਜ਼ੈਂਟ ਨੇ ਸੋਲਿਊਸ਼ਨ ਦੇ ਵਿੱਚ, ਬਟ ਉਹ ਰਿਐਕਸ਼ਨ ਨਹੀਂ ਕਰ ਰਹੇ, ਉਹਨਾਂ ਨੂੰ ਸਪੈਕਟਰ ਆਇਨਸ ਬੋਲਦੇ ਨੇ। ਜਿਵੇਂ ਜ਼ਿੰਕ ਦੇ ਵਿੱਚ 2H ਪੋਜ਼ੀਟਿਵ ਨੇ ਤੇ 2Cl ਨੈਗੇਟਿਵ ਨੇ, ਮਤਲਬ HCl ਰਿਐਕਟ ਹੋਇਆ ਜਿਸ ਦੇ ਵਿੱਚ ਜੋ H ਪੋਜ਼ੀਟਿਵ ਨੇ ਤੇ Cl ਨੈਗੇਟਿਵ ਨੇ, Cl ਨੈਗੇਟਿਵ ਓਮਿਟ ਕਰਤੇ ਰਿਲੀਜ਼ ਕਰਤੇ, ਜ਼ਿੰਕ ਨੇ 2 ਪੋਜ਼ੀਟਿਵ 2 ਇਲੈਕਟ੍ਰੋਨ ਕੀ ਕਰਤੇ ਰਿਲੀਜ਼ ਕਰਤੇ, ਜ਼ਿੰਕ 2 ਪੋਜ਼ੀਟਿਵ ਬਣ ਗਿਆ, 2Cl ਨੈਗੇਟਿਵ ਬਣ ਗਿਆ ਤੇ H2 ਗੈਸ ਬਣ ਗਈ। ਇਸ ਦਾ ਮਤਲਬ ਉਹ ਆਇਨ ਜੋ ਰਿਐਕਸ਼ਨ ਦੇ ਵਿੱਚ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਕੀ ਬੋਲਦੇ ਨੇ ਸਪੈਕਟੇਟਰ ਆਇਨਸ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ। ਨੈਕਸਟ ਆਪਣੇ ਕੋਲ ਕੀ ਹੈ ਦੇਖੋ, ਨੈਕਸਟ ਗੱਲ ਕੀਤੀ ਗਈ ਹੈ ਆਟੋ ਆਕਸੀਡੇਸ਼ਨ। ਆਟੋ ਦਾ ਮਤਲਬ ਕੀ ਹੈ ਜੋ ਆਪਣੇ ਆਪ ਹੋਵੇ। ਕੁਝ ਆਕਸੀਡੇਸ਼ਨਸ ਖੁਦ ਬ ਖੁਦ ਹੋ ਜਾਂਦੀਆਂ ਨੇ, ਜਿਵੇਂ ਅਗਰ ਮੈਂ ਗੱਲ ਕਰਾਂ ਟਰਪਟਾਈਨ, ਫਾਸਫੋਰਸ, ਜ਼ਿੰਕ, ਲੈਡ, ਇਹ ਕੀ ਕਰਦੇ ਨੇ ਇਹ ਆਕਸੀਜਨ ਨੂੰ ਅਬਜ਼ੋਰਬ ਕਰਦੇ ਨੇ ਕਿੱਥੇ ਏਅਰ ਦੇ ਵਿੱਚ। ਉਹ ਕਹਿੰਦੇ ਨੇ ਨਾ ਇਹਨਾਂ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ, ਇਹ ਏਅਰ ਨਾਲ ਰਿਐਕਟ ਕਰ ਜਾਂਦੇ ਨੇ। ਕਿੱਦਾਂ ਕਰਦੇ ਨੇ? ਕਿਉਂਕਿ ਏਅਰ ਦੇ ਵਿੱਚ ਕੀ ਪ੍ਰੈਜ਼ੈਂਟ ਹੈ ਆਪਣੇ ਕੋਲ ਆਕਸੀਜਨ ਪ੍ਰੈਜ਼ੈਂਟ ਹੈ। ਤਾਂ ਇਹਦੇ ਵਿੱਚੋਂ ਕੀ ਹੋ ਜਾਂਦੀ ਹੈ ਰਿਐਕਸ਼ਨ। ਜਿਵੇਂ ਹੁਣ ਦੇਖੋ ਇੱਥੇ ਬਲੱਡ ਦੀ ਲਿੱਤੀ ਹੋਈ ਹੈ, ਆਕਸੀਜਨ ਨਾਲ ਰਿਐਕਟ ਹੋ ਗਿਆ, ਕੀ ਬਣ ਗਿਆ ਆਪਣੇ ਕੋਲ PbO2। ਦੈਨ ਜੋ ਵਾਟਰ ਪ੍ਰੈਜ਼ੈਂਟ ਹੈ ਹੁਣ ਐਟਮੋਸਫੀਅਰ ਦੇ ਵਿੱਚ ਵਾਟਰ ਵੀ ਪ੍ਰੈਜ਼ੈਂਟ ਹੈ, ਉਹਦੇ ਨਾਲ ਵੀ ਰਿਐਕਟ ਕਰਾਤਾ, ਕੀ ਬਣ ਗਿਆ ਲੈਡ ਆਕਸਾਈਡ ਬਣ ਗਿਆ, ਨਾਲ H2O2 ਕੀ ਕਰਤਾ ਰਿਲੀਜ਼ ਹੋ ਗਿਆ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਡਿਸਪ੍ਰਪੋਰਸ਼ੇਸ਼ਨ। ਇਹਦਾ ਮਤਲਬ ਕੀ ਹੁੰਦਾ? ਦੇਖੋ ਇਸ ਦਾ ਮਤਲਬ ਕੀ ਹੈ, ਇੱਕ ਸਾਈਡ ਆਕਸੀਡਾਈਜ਼ਿੰਗ ਮਤਲਬ ਆਕਸੀਡੇਸ਼ਨ ਵੀ ਹੋ ਰਹੀ ਹੋਵੇ ਜਿੱਥੇ ਰਿਡਕਸ਼ਨ ਵੀ ਹੋ ਰਿਹਾ, ਜਦੋਂ ਦੋਨੋਂ ਪ੍ਰੋਸੈਸ ਹੋ ਰਹੇ ਹੋਣ ਉਸਨੂੰ ਆਪਾਂ ਡਿਸਪ੍ਰਪੋਰੇਸ਼ਨ ਰਿਐਕਸ਼ਨ ਕਹਿੰਦੇ ਹਾਂ। ਜਿਵੇਂ H2O2 ਦੋ H2O2 ਦੇ ਮੋਲੀਕਿਊਲ ਨੇ, ਇਹਨਾਂ ਤੋਂ ਫਾਰਮੇਸ਼ਨ ਕਿਸ ਦੀ ਹੋਗੀ H2O2 O ਨੈਗੇਟਿਵ ਨਾਲ O2 ਦੀ। ਇੱਥੇ ਕੀ ਹੋ ਗਈ ਆਕਸੀਡੇਸ਼ਨ ਵੀ ਹੋ ਰਹੀ ਹੈ, ਲੂਜ਼ ਆਫ ਇਲੈਕਟ੍ਰੋਨਸ ਵੀ ਹੋ ਰਹੇ, ਰਿਡਕਸ਼ਨ ਵੀ ਹੋ ਰਿਹਾ, ਗੇਨ ਆਫ ਇਲੈਕਟ੍ਰੋਨਸ ਵੀ ਹੋ ਗਏ। ਕਲੀਅਰ। ਨੈਕਸਟ ਦਾ ਵੈਲਿਊਜ਼ ਨਿਕਾਲੇ ਹੋਏ ਨੇ, ਆਕਸੀਡੇਸ਼ਨ ਨੰਬਰ ਨਿਕਾਲੇ, ਐਕਸ ਦੀ ਵੈਲਿਊਜ਼ ਨਿਕਾਲੀਆਂ, ਤੁਸੀਂ ਈਜ਼ਲੀ ਕੀ ਕਰ ਸਕਦੇ ਹੋ ਫਾਈਂਡ ਆਊਟ ਕਰ ਸਕਦੇ ਹੋ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ। ਇਲੈਕਟ੍ਰੋਕੈਮਿਸਟਰੀ ਤੁਹਾਡੀ ਐਗਜ਼ੈਕਟ ਇੱਥੋਂ ਸਟਾਰਟ ਹੁੰਦੀ ਹੈ। ਇਲੈਕਟ੍ਰੋਕੈਮਿਸਟਰੀ ਦਾ ਕੀ ਮਤਲਬ ਹੈ? ਇਹ ਬ੍ਰਾਂਚ ਹੈ ਕੈਮਿਸਟਰੀ ਦੀ ਜਿਸ ਦੇ ਵਿੱਚ ਆਪਾਂ ਡੀਲ ਕਰਦੇ ਹਾਂ ਕਨਵਰਜ਼ਨ ਆਫ ਕੈਮੀਕਲ ਐਨਰਜੀ ਐਂਡ ਇਲੈਕਟ੍ਰੀਕਲ ਐਨਰਜੀ ਦੀ ਸਟੱਡੀ। ਇੰਟਰ ਕਨਵਰਜ਼ਨ, ਇਲੈਕਟ੍ਰੀਕਲ ਨੂੰ ਜਦੋਂ ਕੈਮੀਕਲ 'ਚ ਕਨਵਰਜ਼ ਹੋ ਜੇ, ਕੈਮੀਕਲ ਜਦੋਂ ਇਲੈਕਟ੍ਰੀਕਲ ਐਨਰਜੀ 'ਚ ਕਨਵਰਜ਼ ਹੋ ਜੇ ਤਾਂ ਉਸਨੂੰ ਕੀ ਕਿਹਾ ਜਾਂਦਾ? ਇਲੈਕਟ੍ਰੋਕੈਮਿਸਟਰੀ ਕਿਹਾ ਜਾਂਦਾ।
ਇਲੈਕਟ੍ਰੋਕੈਮਿਸਟਰੀ ਦੇ ਵਿੱਚ ਮੇਨਲੀ ਅਗਰ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੇ ਸੈੱਲ ਹੁੰਦੇ ਨੇ। ਇੱਕ ਤਾਂ ਹੁੰਦਾ ਗਲਵੈਨਿਕ ਸੈੱਲ ਜਿਹਨੂੰ ਇਲੈਕਟ੍ਰੋਕੈਮੀਕਲ ਰਿਐਕਸ਼ਨ ਵੀ ਕਿਹਾ ਜਾਂਦਾ ਹੈ ਜਾਂ ਸੈੱਲ। ਸੈਕਿੰਡ ਵਨ ਇਜ਼ ਇਲੈਕਟ੍ਰੋਲਿਟਿਕ ਸੈੱਲ। ਦੇਖੋ ਇਹਨਾਂ ਦੇ ਵਿੱਚ ਕੀ ਹੈ, ਜਦੋਂ ਤਾਂ ਤੁਹਾਡਾ ਕੈਮੀਕਲ એનર્ਜੀ ਤੋਂ ਇਲੈਕਟ੍ਰੀਕਲ એનર્ਜੀ ਬਣਦਾ ਉਸ ਨੂੰ ਤਾਂ ਕਿਹਾ ਜਾਂਦਾ ਇਲੈਕਟ੍ਰੋਕੈਮੀਕਲ, ਮੀਨਸ ਕੈਮੀਕਲ ਪਿੱਛੇ ਤਾਂ ਕੈਮੀਕਲ ਤੋਂ ਸਟਾਰਟ ਕਰਨਾ। ਇਲੈਕਟ੍ਰੋਲਿਟਿਕ ਕੀ ਹੈ, ਜਦੋਂ ਇਲੈਕਟ੍ਰੀਕਲ એનર્ਜੀ ਟੂ ਕੈਮੀਕਲ એનર્ਜੀ ਦੇ ਵਿੱਚ ਕਨਵਰਜ਼ਨ ਹੋਊਗੀ ਤਾਂ ਉਸ ਨੂੰ ਕੀ ਕਵਾਂਗੇ, ਇਲੈਕਟ੍ਰੋਲਿਟਿਕ ਸੈੱਲ। ਇਸ ਦੇ ਵਿੱਚ ਦੇਖੋ ਅਗਰ ਮੈਂ ਗੱਲ ਕਰਾਂ ਐਨੋਡ ਕੀ ਹੋਏਗਾ, ਨੈਗੇਟਿਵ, ਕੈਥੋਡ ਕੀ ਹੋਏਗਾ, ਪੋਜ਼ਿਟਿਵ। ਹੁਣ ਇਹਦੇ ਵਿੱਚ ਆਪੋਜ਼ਿਟ, ਐਨੋਡ ਪੋਜ਼ਿਟਿਵ, ਕੈਥੋਡ ਨੈਗੇਟਿਵ, ਇਹੀ ਚੀਜ਼ਾਂ ਕਨਫਿਊਜ਼ ਕਰਦੀਆਂ ਨੇ। ਇਹਦੇ ਵਿੱਚ ਡੈਲਟਾ ਜੀ ਦੀ ਵੈਲਿਊ ਨੈਗੇਟਿਵ ਹੋਏਗੀ ਔਰ ਇਸ ਦੇ ਵਿੱਚ ਡੈਲਟਾ ਜੀ ਦੀ ਵੈਲਿਊ ਪੋਜ਼ਿਟਿਵ ਹੋਏਗੀ। ਕਲੀਅਰ? ਜੋ ਇਹ ਰਿਐਕਸ਼ਨ ਹੈ ਸਪੌਂਟੇਨੀਅਸ ਹੋਏਗੀ, ਬਟ ਇਲੈਕਟ੍ਰੋਲਿਟਿਕ ਵਾਲੀ ਜੋ ਰਿਐਕਸ਼ਨ ਹੋਏਗੀ ਉਹ ਨॉन ਸਪੌਂਟੇਨੀਅਸ ਹੋਏਗੀ। ਨੈਕਸਟ ਆਪਾਂ ਗੱਲ ਕਰਾਂਗੇ ਇਲੈਕਟ੍ਰੋਲਾਈਟ ਦੀ। ਇਲੈਕਟ੍ਰੋਲਾਈਟ ਉਹ ਹੁੰਦੇ ਆ ਜੋ ਐਕੁਅਸ ਸੋਲਿਊਸ਼ਨ ਦੇ ਵਿੱਚ ਕਿਸ ਦੇ ਵਿੱਚ ਕਨਵਰਟ ਹੋ ਜਾਣ, ਆਇਨਸ ਦੇ ਵਿੱਚ ਕੀ ਹੈ ਕਨਵਰਟ ਹੋ ਜਾਣ ਜਦੋਂ ਇਲੈਕਟ੍ਰਿਸਿਟੀ ਪਾਸ ਕਰਵਾਈ ਜਾਂਦੀ ਹੈ। ਦੋ ਤਰ੍ਹਾਂ ਦੇ ਇਲੈਕਟ੍ਰੋਲਾਈਟਸ ਹੁੰਦੇ ਨੇ, ਸਟਰੋਂਗ ਐਂਡ ਵੀਕ ਇਲੈਕਟ੍ਰੋਲਾਈਟ। ਸਟਰੋਂਗ ਇਲੈਕਟ੍ਰੋਲਾਈਟ ਜੋ ਕੰਪਲੀਟਲੀ ਆਇਨ ਦੇ ਵਿੱਚ ਕਨਵਰਟ ਹੋ ਜਾਣ ਉਹ ਸਟਰੋਂਗ ਇਲੈਕਟ੍ਰੋਲਾਈਟ। ਵੀਕ ਇਲੈਕਟ੍ਰੋਲਾਈਟ ਉਹ ਹੁੰਦੇ ਜੋ ਕੰਪਲੀਟਲੀ ਆਇਨਸ ਦੇ ਵਿੱਚ ਕਨਵਰਟ ਨਾ ਹੋਣ, ਮਤਲਬ ਪਾਰਸ਼ਲੀ ਹੋਣ, ਉਹਨਾਂ ਨੂੰ ਆਪਾਂ ਕੀ ਬੋਲਾਂਗੇ, ਵੀਕ ਇਲੈਕਟ੍ਰੋਲਾਈਟ। ਜਿਵੇਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, NaCl ਕੰਪਲੀਟਲੀ ਡਿਸੋਸ਼ੀਏਟ ਹੋ ਜਾਂਦਾ, N ਪੋਜ਼ੀਟਿਵ ਐਂਡ Cl ਨੈਗੇਟਿਵ, ਤਾਂ ਇਹ ਸਟਰੋਂਗ ਹੈ। ਬਟ ਜੋ ਬਾਕੀ ਨੇ ਇਹ ਕੀ ਨੇ, ਵੀਕ ਨੇ। ਦੇਖੋ ਕੰਡਕਟਰ ਕੀ ਹੁੰਦੇ ਆ, ਜਿਨ੍ਹਾਂ ਦੇ ਵਿੱਚ ਇਲੈਕਟ੍ਰੀਸਿਟੀ ਪਾਸ ਹੋ ਜੇ ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਕੰਡਕਟਰ ਬੋਲਿਆ ਜਾਂਦਾ। ਧਿਆਨ 'ਚ ਰੱਖਣਾ, ਕੰਡਕਟਰ ਕੀ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਈਜ਼ਲੀ ਕੀ ਹੋ ਜਾਂਦੇ ਆ, ਇਲੈਕਟ੍ਰੋਨ ਪਾਸ ਹੋ ਜਾਂਦੇ ਆ, ਮੀਨਸ ਕਰੰਟ ਫਲੋ ਕਰ ਜਾਂਦਾ, ਉਹਨਾਂ ਨੂੰ ਆਪਾਂ ਕੰਡਕਟਰਸ ਬੋਲਦੇ ਆ। ਨੈਕਸਟ ਆਪਣੇ ਕੋਲ ਕੀ ਹੈ, ਅਗਰ ਆਪਾਂ ਗੱਲ ਕਰੀਏ ਇੱਥੇ ਇੱਕ ਟਰਮ ਹੋਰ ਆਏਗੀ ਇਲੈਕਟ੍ਰੋਡਸ। ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਇਲੈਕਟ੍ਰੋਡਸ ਕੀ ਹੁੰਦੇ ਆ, ਇਲੈਕਟ੍ਰੋਡਸ ਉਹ ਹੁੰਦੇ ਆ ਉਹ ਮਟੀਰੀਅਲ ਜੋ ਇਲੈਕਟ੍ਰੀਸਿਟੀ ਨੂੰ ਕੰਡਕਟ ਕਰਾਵੇ। ਮਟੀਰੀਅਲ, ਇਲੈਕਟ੍ਰੋਡਸ ਦਾ ਮਤਲਬ ਹੈ ਮਟੀਰੀਅਲ ਜੋ ਇਲੈਕਟ੍ਰੀਸਿਟੀ ਨੂੰ ਕੰਡਕਟ ਕਰਵਾਵੇ, ਮੀਨਸ ਪਾਸ ਕਰਵਾਵੇ ਆਪਣੇ ਵਿੱਚੋਂ, ਉਸ ਨੂੰ ਕੀ ਕਿਹਾ ਜਾਂਦਾ, ਇਲੈਕਟ੍ਰੋਡਸ ਕਿਹਾ ਜਾਂਦਾ। ਇਸ ਦੇ ਵਿੱਚ ਮੂਵਮੈਂਟ ਹੁੰਦੀ ਹੈ ਕਿਸ ਦੀ, ਆਇਨਸ ਦੀ, ਤੇ ਇਲੈਕਟ੍ਰੋਨਸ ਦੀ ਕੀ ਹੁੰਦੀ ਹੈ, ਮੂਵਮੈਂਟਸ ਹੁੰਦੀਆਂ ਨੇ, ਜਿਸ ਦੇ ਕਰਕੇ ਕੀ ਹੈ ਕਰੰਟ ਫਲੋ ਕਰਦਾ। ਉਸੇ ਨਾਲ ਆਉਣਾ ਸੀ, ਇਸ ਲਈ ਮੈਂ ਤੁਹਾਨੂੰ ਇਹ ਟਰਮ ਨਾਲ ਐਡ ਕਰਵਾਤੀ। ਨੈਕਸਟ ਆਪਣੇ ਕੋਲ ਕੀ ਹੈ, ਮੈਟੈਲਿਕ ਕੰਡਕਟਰ। ਦੇਖੋ ਮੈਟੈਲਿਕ ਕੰਡਕਟਰ ਕੀ ਹੁੰਦੇ ਆ, ਮੈਟੈਲਿਕ ਕੰਡਕਟਰ ਨਾਮ ਤੋਂ ਹੀ ਕਲੀਅਰ ਹੈ, ਮੈਟਲਸ ਆ ਗਈਆਂ, ਮਤਲਬ ਜਿਨ੍ਹਾਂ ਕੋਲ ਕੀ ਪ੍ਰੈਜ਼ੈਂਟ ਹੋਣ, ਫ੍ਰੀ ਇਲੈਕਟ੍ਰੋਨ ਪ੍ਰੈਜ਼ੈਂਟ ਹੋਣ, ਜੋ ਕੋਈ ਵੀ ਕੈਮੀਕਲ ਰਿਐਕਸ਼ਨ ਨਾ ਕਰਨ, ਕੋਈ ਵੀ ਕੈਮੀਕਲ ਚੇਂਜ ਨਾ ਕਰਨ। ਐਗਜ਼ਾਮਪਲ ਕੋਪਰ, ਸਿਲਵਰ, ਆਇਰਨ, ਐਲੂਮੀਨੀਅਮ, ਸਾਰੀਆਂ ਕੀ ਨੇ, ਮੈਟਲਸ ਨੇ। ਮੈਟਲਸ ਕੀ ਹੁੰਦੀਆਂ ਨੇ, ਗੁੱਡ ਕੰਡਕਟਰਸ ਹੁੰਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਕੋਲ ਕੀ ਪ੍ਰੈਜ਼ੈਂਟ ਹੁੰਦਾ, ਫ੍ਰੀ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦਾ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਇਲੈਕਟ੍ਰੋਲਿਟਿਕ ਕੰਡਕਟਰ ਦੀ। ਉਹ ਚਾਰਜ ਕੈਰੀਅਰਸ ਜੋ ਕਿੰਨਾਂ ਨੂੰ ਫਲੋ ਕਰਵਾਉਣ, ਆਇਨਸ ਨੂੰ। ਉਹਦੇ ਵਿੱਚ ਇਲੈਕਟ੍ਰੋਨਸ ਸੀ, ਇਹਦੇ ਵਿੱਚ ਕੀ ਨੇ, ਆਇਨਸ। ਇਹਨਾਂ ਦੇ ਵਿੱਚ ਕੈਮੀਕਲ ਚੇਂਜ ਹੁੰਦਾ। ਐਗਜ਼ਾਮਪਲ ਕੀ ਆਪਣੇ ਕੋਲ, ਸਾਲਟ, ਸਟਰੋਂਗ ਸਾਲਟ, ਐਸਿਡ ਐਂਡ ਬੇਸ। ਦੇਖੋ ਡਿਫਰੈਂਸ ਕਰ ਲੈਂਦੇ ਇੱਕ ਵਾਰ, ਇਹਨਾਂ ਦੇ ਵਿੱਚ ਡਿਫਰੈਂਸ ਦੇਖ ਲਓ। ਜਿਵੇਂ ਇੱਕ ਸਾਈਡ ਲੈ ਲਓ ਮੈਟੈਲਿਕ ਕੰਡਕਟਰ MC, ਸੈਕਿੰਡ ਸਾਈਡ ਕੀ ਆਪਣੇ ਕੋਲ ਇਲੈਕਟ੍ਰੋਲਾਈਟਿਕ ਕੰਡਕਟਰ। ਫਸਟ ਗੱਲ ਕਰਾਂਗੇ ਇਹਨਾਂ ਦੇ ਵਿੱਚ ਕੀ ਮੂਵਮੈਂਟ ਹੁੰਦੇ ਨੇ, ਇਲੈਕਟ੍ਰੋਨਸ ਦੀ ਮੂਵਮੈਂਟ ਹੁੰਦੀ ਹੈ, ਔਰ ਇਹਨਾਂ ਦੇ ਵਿੱਚ ਕਿਸ ਦੀ ਮੂਵਮੈਂਟ ਹੁੰਦੀ ਹੈ, ਇਲੈਕਟ੍ਰੋਲਿਟਿਕ 'ਚ ਆਇਨਸ ਦੀ ਮੂਵਮੈਂਟ ਹੁੰਦੀ ਹੈ। ਸੈਕਿੰਡ ਪੁਆਇੰਟ ਦੀ ਅਗਰ ਮੈਂ ਗੱਲ ਕਰਾਂ, ਇਹਨਾਂ ਦੇ ਵਿੱਚ ਕੋਈ ਵੀ ਕੈਮੀਕਲ ਚੇਂਜ ਨਹੀਂ ਆਉਂਦਾ, ਨੋ ਕੈਮੀਕਲ ਚੇਂਜ। ਬਟ ਅਗਰ ਮੈਂ ਗੱਲ ਕਰਾਂ ਇਲੈਕਟ੍ਰੋਲਿਟਿਕ ਦੇ ਵਿੱਚ, ਇਹਦੇ ਵਿੱਚ ਕੀ ਆ ਜਾਂਦਾ, ਕੈਮੀਕਲ ਚੇਂਜ ਆ ਜਾਂਦਾ, ਕੈਮੀਕਲ ਰਿਐਕਸ਼ਨਸ ਆ ਜਾਂਦੀਆਂ ਨੇ। ਨੈਕਸਟ ਥਰਡ ਵਨ ਕੀ ਹੈ, ਇਸ ਦੇ ਵਿੱਚ ਕੋਈ ਵੀ ਮੈਟਰ ਟਰਾਂਸਫਰ ਨਹੀਂ ਹੋਏਗਾ, ਟਰਾਂਸਫਰ ਆਫ ਮੈਟਰ ਨਹੀਂ ਹੋਏਗਾ, ਨੋ ਟਰਾਂਸਫਰ ਆਫ ਮੈਟਰ। ਬਟ ਅਗਰ ਮੈਂ ਗੱਲ ਕਰਾਂ ਇਸ ਦੀ, ਇਹਦੇ ਵਿੱਚ ਮੈਟਰ ਟਰਾਂਸਫਰ ਹੋਏਗਾ। ਮੈਟਰ ਕੀ ਹੋਏਗਾ, ਟਰਾਂਸਫਰ। ਹੁਣ ਮੈਟਰ ਕੀ ਹੋ ਸਕਦਾ, ਸੋਲਿਡ ਵੀ ਹੋ ਸਕਦਾ, ਲਿਕੁਇਡ ਵੀ ਹੋ ਸਕਦਾ, ਉਹ ਕੀ ਹੋਏਗਾ, ਟਰਾਂਸਫਰ ਹੋਏਗਾ। ਇਹ ਇਹਨਾਂ ਦਾ ਕੀ ਸੀਗਾ, ਡਿਫਰੈਂਸ ਸੀ, ਧਿਆਨ 'ਚ ਰੱਖਣਾ ਹੈ ਦੋਨਾਂ ਦਾ। ਨੈਕਸਟ ਆਪਾਂ ਗੱਲ ਕਰ ਰਹੇ ਸੀਗੇ, ਹੁਣ ਆਪਣੇ ਕੋਲ ਆ ਗਿਆ ਓਮਸ ਲਾ। ਦੇਖੋ ਓਮਸ ਲਾ ਕੀ ਹੁੰਦਾ, ਤੁਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹੋ। ਓਮਸ ਲਾ ਕੀ ਹੁੰਦਾ, ਜਦੋਂ ਵੋਲਟੇਜ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਜਾਂਦੀ ਹੈ ਕਰੰਟ ਦੇ। ਹੁਣ ਜਦੋਂ ਤੁਸੀਂ ਡਾਇਰੈਕਟਲੀ ਪ੍ਰਪੋਰਸ਼ਨਲ ਦਾ ਸਾਈਨ ਹਟਾਉਂਦੇ ਹੋ ਤਾਂ ਤੁਸੀਂ ਕੋਈ ਕੌਨਸਟੈਂਟ ਲਗਾਉਂਦੇ ਹੋ। ਇੱਥੇ ਆਪਾਂ ਆਰ ਕੌਨਸਟੈਂਟ ਲਗਾ ਲਿਆ, ਜੋ ਕੀ ਆ ਆਪਣੇ ਕੋਲ ਡਾਇਰੈਕਟ ਪ੍ਰਪੋਰਸ਼ਨੈਲਿਟੀ ਕੌਨਸਟੈਂਟ, ਜਾਂ ਤੁਸੀਂ ਰੈਜ਼ਿਸਟੈਂਸ ਵੀ ਬੋਲ ਸਕਦੇ ਹੋ।
ਤਾਂ ਅਗਰ ਤੁਸੀਂ ਰੈਜ਼ਿਸਟੈਂਸ ਦੀ ਵੈਲਿਊ ਨਿਕਾਲੋਗੇ ਤਾਂ ਉਹ ਕਿੰਨੀ ਆ ਜਾਏਗੀ, R ਇਜ਼ ਇਕੁਅਲ ਟੂ V/I ਆ ਜਾਏਗੀ। ਤੇ ਰੈਜ਼ਿਸਟੈਂਸ ਦੀ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ, ਓਮ। ਇਹ ਤੁਸੀਂ ਕੀ ਰੱਖਣਾ ਹੈ, ਯਾਦ ਰੱਖਣਾ ਹੈ। ਕਲੀਅਰ ਹੈ ਜੀ, ਆਈ ਹੋਪ ਤੁਹਾਨੂੰ ਸਮਝ ਆ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਦੀ। ਦੇਖੋ ਨੈਕਸਟ ਕੀ ਹੈ ਆਪਣੇ ਕੋਲ, ਨੈਕਸਟ ਕੀ ਹੈ, ਰੈਜ਼ਿਸਟੈਂਸ ਕੀ ਹੁੰਦਾ। ਦੇਖੋ ਰੈਜ਼ਿਸਟੈਂਸ ਦਾ ਮਤਲਬ ਕੀ ਹੁੰਦਾ ਹੈ, ਜਦੋਂ ਕੀ ਹੁੰਦਾ ਹੈ ਅਪੋਜ਼ਿਟ ਫਲੋ ਆਫ ਕਰੰਟ। ਕਰੰਟ ਦਾ ਕੀ ਹੈ, ਅਪੋਜ਼ਿਟ ਫਲੋ। ਮੈਂ ਤੁਹਾਨੂੰ ਹੁਣੇ ਦੱਸਿਆ R ਕਿਹਦੇ ਇਕੁਅਲ ਹੁੰਦਾ, V/I। ਤਾਂ ਕਰੰਟ ਕੀ ਹੈ, ਇਨਵਰਸਲੀ ਪ੍ਰਪੋਰਸ਼ਨਲ ਮੀਨਸ ਓਪੋਜੀਸ਼ਨ ਆਫ ਕਰੰਟ। ਕਰੰਟ ਦਾ ਜਦੋਂ ਅਪੋਜ਼ ਕਰੂਗੀ ਕੋਈ ਚੀਜ਼, ਉਸ ਨੂੰ ਕੀ ਬੋਲਾਂਗੇ ਆਪਾਂ, ਰੈਜ਼ਿਸਟੈਂਸ ਬੋਲਾਂਗੇ। ਨੈਕਸਟ ਆਪਣੇ ਕੋਲ ਕੰਡਕਟੈਂਸ ਹੈ। ਕੰਡਕਟੈਂਸ ਕੀ ਹੁੰਦਾ ਹੈ, ਰੈਸੀਪ੍ਰੋਕਲ ਜਦੋਂ ਆਪਾਂ ਕਿਸ ਦਾ ਕਰ ਦਈਏ, ਰੈਜ਼ਿਸਟੈਂਸ ਦਾ ਰੈਸੀਪ੍ਰੋਕਲ ਕਰਾਂਗੇ ਤਾਂ ਉਸਨੂੰ ਕੰਡਕਟੈਂਸ ਕਿਹਾ ਜਾਂਦਾ ਹੈ। G ਇਜ਼ ਇਕੁਅਲ ਟੂ 1/R। R ਕੀ ਸੀ ਆਪਣੇ ਕੋਲ, V/I। ਤਾਂ ਤੁਸੀਂ ਵੈਲਿਊ ਵੀ ਪੁੱਟ ਕਰ ਸਕਦੇ ਹੋ। ਸਭ ਤੋਂ ਇੰਪੋਰਟੈਂਟ ਹੈ SI ਯੂਨਿਟ। SI ਯੂਨਿਟ ਕੀ ਹੁੰਦੀ ਹੈ, ਓਮ ਇਨਵਰਸ। ਮੋ ਵੀ ਲਿਖ ਸਕਦੇ ਹੋ। ਦੇਖੋ ਓਮ ਦਾ ਉਲਟਾ ਕਰ ਦੋ, ਕੀ ਬਣ ਜੂ, ਮੋ। ਇਹ ਕਿਸ ਦੀ ਕੀ ਹੈ, ਇਸ ਦੀ ਯੂਨਿਟ ਹੈ, ਸਾਈਮਨ ਵੀ ਕਹਿੰਦੇ ਆ। ਤਾਂ ਤਿੰਨਾਂ 'ਚ ਕੋਈ ਵੀ ਲਿਖੀ ਹੋ ਸਕਦੀ ਹੈ, ਕਨਫਿਊਜ਼ ਨਹੀਂ ਹੋਣਾ ਤੁਸੀਂ। ਨੈਕਸਟ ਆਪਣੇ ਕੋਲ ਕੀ ਹੈ, ਸਪੈਸੀਫਿਕ ਰੈਜ਼ਿਸਟੈਂਸ। ਸਪੈਸੀਫਿਕ ਰੈਜ਼ਿਸਟੈਂਸ ਕੀ ਹੁੰਦੀ ਹੈ, ਥੋੜਾ ਜਿਹਾ ਇਹਨੂੰ ਇਰੇਜ਼ ਕਰ ਲੈਂਦੇ ਹਾਂ। ਹਾਂਜੀ, ਸਪੈਸੀਫਿਕ ਰੈਜ਼ਿਸਟੈਂਸ ਦਾ ਦੇਖੋ ਕੀ ਮਤਲਬ ਹੈ, ਜਦੋਂ ਆਪਣੇ ਕੋਲ ਜੋ ਰੈਜ਼ਿਸਟੈਂਸ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਲੈਂਥ, ਕੋਈ ਵਾਇਰ ਹੈ ਉਸਦੀ ਲੈਂਥ ਦੇ, ਠੀਕ ਹੈ। ਇਨਵਰਸਲੀ ਪ੍ਰਪੋਰਸ਼ਨਲ ਹੋਏਗੀ ਏਰੀਆ ਦੇ। ਤਾਂ ਆਪਣੇ ਕੋਲ ਹੁਣ ਦੋਨੋਂ ਡਾਇਰੈਕਟਲੀ ਪ੍ਰਪੋਰਸ਼ਨਲ ਨੇ, ਲੈਫਟ ਹੈਂਡ ਸਾਈਡ ਇਕੁਅਲ ਹੈ, ਤਾਂ ਆਪਾਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਕਿ R ਡਾਇਰੈਕਟਲੀ ਪ੍ਰਪੋਰਸ਼ਨਲ ਟੂ L/A ਇਕੱਠਾ। ਇਹਦਾ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਆਪਾਂ ਕੀ ਲਾਵਾਂਗੇ, ਕੋਈ ਨਾ ਕੋਈ ਕਾਂਸਟੈਂਟ, ਜਿਸ ਦੀ ਵੈਲਿਊ ਆਪਣੇ ਕੋਲ ਕੀ ਹੈ, ਰੋ L/A। ਕਲੀਅਰ। ਤਾਂ ਇੱਥੋਂ ਤੁਸੀਂ ਰੋ ਦੀ ਵੈਲਿਊ ਵੀ ਨਿਕਾਲਦੇ ਹੋ। ਤਾਂ ਰੋ ਕੀ ਹੋਗੀ ਤੁਹਾਡੇ ਕੋਲ, ਸਪੈਸੀਫਿਕ ਰੈਜ਼ਿਸਟੈਂਸ ਹੋਗੀ ਜਾਂ ਰੈਜ਼ਿਸਟਿਵਿਟੀ ਹੋਗੀ। ਯਾਦ ਰੱਖਣਾ ਹੈ, ਰੋ ਤੁਹਾਡੇ ਕੋਲ ਕੀ ਹੈ, ਸਪੈਸੀਫਿਕ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ, ਜਿਸ ਦੀ ਤੁਸੀਂ ਵੈਲਿਊ ਕੀ ਆਪਣੇ ਕੋਲ ਕਾਂਸਟੈਂਟ ਹੈ, ਓਮ ਪਰ ਮੀਟਰ। ਯਾਦ ਰੱਖਿਓ, ਮੋਸਟ ਇੰਪੋਰਟੈਂਟ ਹੈ ਓਮ ਪਰ ਮੀਟਰ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਸਪੈਸੀਫਿਕ ਕੰਡਕਟੈਂਸ ਜਾਂ ਕੰਡਕਟਿਵਿਟੀ। ਸਪੈਸੀਫਿਕ ਕੰਡਕਟੈਂਸ ਜਾਂ ਕੰਡਕਟਿਵਿਟੀ ਕੀ ਹੁੰਦੀ ਹੈ, ਦੇਖੋ ਇਹਨੂੰ ਪਹਿਲਾਂ ਤਾਂ ਇਹਨੂੰ ਕਾਪਾ ਬੋਲਦੇ ਆ, ਕੇ ਨਹੀਂ ਬੋਲਣਾ, ਕਾਪਾ ਬੋਲਣਾ। ਇਹ ਰੈਸੀਪ੍ਰੋਕਲ ਹੋ ਰੈਜ਼ਿਸਟੈਂਸ ਦੀ। ਦੇਖੋ ਹੁਣ ਰੈਜ਼ਿਸਟੈਂਸ ਕੀ ਸੀ, ਸੌਰੀ ਰੈਜ਼ਿਸਟਿਵਿਟੀ ਦੇ ਰੈਸੀਪ੍ਰੋਕਲ। ਤਾਂ ਰੈਜ਼ਿਸਟਿਵਿਟੀ ਕੀ ਸੀ ਆਪਣੇ ਕੋਲ, ਰੋ ਦੀ ਵੈਲਿਊ ਕੀ ਆਊਗੀ, ਦੇਖੋ ਇਦਾਂ ਸੀ ਨਾ, R ਕੀ ਸੀ ਆਪਣੇ ਕੋਲ, ਅਗਰ ਆਪਾਂ ਗੱਲ ਕਰੀਏ ਇਕੁਅਲ ਟੂ ਰੋ L/A। ਇਸ ਰੋ ਦੀ ਵੈਲਿਊ ਨਿਕਾਲਿਓ ਤਾਂ AR/L ਬਣ ਜਾਏਗਾ, AR/L ਬਣ ਜਾਏਗਾ। ਇਸ ਤਰ੍ਹਾਂ ਨਾਲ ਆ ਤੁਹਾਡੇ ਕੋਲ ਕੀ ਆ ਗਈ, ਰੈਜ਼ਿਸਟਿਵਿਟੀ ਆ ਗਈ। ਤਾਂ ਦੇਖੋ ਹੁਣ ਇਹਨਾਂ ਨੇ ਕਾਪਾ ਨੂੰ ਕੀ ਸ਼ੋ ਕਰਤਾ, ਇਜ਼ ਇਕੁਅਲ ਟੂ 1/ਰੈਜ਼ਿਸਟਿਵਿਟੀ। ਵੈਲਿਊ ਨੂੰ ਕੀ ਕੀਤਾ ਹੋਇਆ, ਪੁੱਟ ਕੀਤਾ ਹੋਇਆ। ਤਾਂ ਇਹਨਾਂ ਨੇ ਅੱਗੇ ਕੀ ਕੀਤਾ ਹੋਇਆ, ਰਿਲੇਸ਼ਨ। ਦੇਖੋ ਕਾਪਾ ਨੂੰ ਮੈਂ ਕੀ ਲਿਖ ਸਕਦੀ ਹਾਂ, ਸੌਰੀ ਕਾਪਾ ਨੂੰ ਮੈਂ ਕੀ ਲਿਖ ਸਕਦੀ ਹਾਂ, G ਇੰਟੂ L/A। G ਆਪਣੇ ਕੋਲ ਕੀ ਹੈ, ਆਪਣੇ ਕੋਲ ਕੰਡਕਟੈਂਸ ਹੈ, ਇੰਟੂ ਸੈੱਲ ਕੌਂਸਟੈਂਟ। ਸੈੱਲ ਕੌਂਸਟੈਂਟ ਆਪਣੇ ਕੋਲ ਕੀ ਹੁੰਦਾ, ਦੇਖੋ ਸੈੱਲ ਕੌਂਸਟੈਂਟ ਵੀ ਦੱਸ ਦਿੰਦੇ ਤੁਹਾਨੂੰ। ਸੈੱਲ ਕੌਂਸਟੈਂਟ ਆਪਣੇ ਕੋਲ ਕੀ ਹੁੰਦਾ, L/A ਨੂੰ ਕੀ ਬੋਲਦੇ ਆ, ਸੈੱਲ ਕੌਂਸਟੈਂਟ, ਜਿਸ ਦੀ ਯੂਨਿਟ ਕੀ ਹੋਗੀ, ਮੀਟਰ ਇਨਵਰਸ। ਕਿੱਦਾਂ ਹੀ ਦੇਖੋ L ਦੀ ਯੂਨਿਟ ਕੀ ਹੈ ਆਪਣੇ ਕੋਲ, ਮੀਟਰ। ਏਰੀਆ ਦੀ ਕੀ ਹੁੰਦੀ ਹੈ, ਮੀਟਰ ਸਕੁਅਰ। ਇਸ ਨੂੰ ਜਦੋਂ ਉੱਪਰ ਲੈ ਕੇ ਜਾਓਗੇ ਕੀ ਬਣ ਜੇਗੀ, ਮੀਟਰ ਇਨਵਰਸ। ਬਸ ਇਹੀ ਮੈंने ਇੱਥੇ ਪੁੱਟ ਕੀਤਾ। ਤਾਂ ਇਹ ਤੁਹਾਡੇ ਕੋਲ ਰਿਲੇਸ਼ਨ ਆ ਗਿਆ, ਤੁਸੀਂ ਯਾਦ ਰੱਖਣਾ। ਨੈਕਸਟ ਤੁਹਾਡੇ ਕੋਲ ਕੀ ਹੈ, ਲਾਸਟ ਟੌਪਿਕ ਹੈ ਇਕੁਇਵਲੈਂਟ ਕੰਡਕਟੈਂਸ ਐਂਡ ਮੋਲਰ ਕੰਡਕਟੈਂਸ। ਦੇਖੋ ਕੀ ਹੁੰਦੇ ਨੇ, ਇਕੁਇਵਲੈਂਟ ਕੰਡਕਟੈਂਸ ਕੀ ਹੁੰਦਾ ਹੈ। ਇਕੁਇਵਲੈਂਟ ਕੰਡਕਟੈਂਸ ਦਾ ਮਤਲਬ ਹੈ ਕੰਡਕਟਿੰਗ ਪਾਵਰ ਕਿਸੇ ਵੀ ਸੈੱਲ ਦੀ ਜੋ ਆਇਨ ਪ੍ਰੋਡਿਊਸ ਕਰਦੇ ਨੇ ਜਦੋਂ ਉਹਨਾਂ ਨੂੰ 1 ਗ੍ਰਾਮ ਆਫ ਇਕੁਇਵਲੈਂਟ ਇਲੈਕਟ੍ਰੋਡ ਇਨ ਸੋਲਿਊਸ਼ਨ ਦੇ ਵਿੱਚ ਡਿਜ਼ੋਲਵ ਕੀਤਾ ਜਾਂਦਾ ਹੈ ਦੋ ਲਾਰਜ ਇਲੈਕਟ੍ਰੋਡਸ ਦੇ ਵਿਚਕਾਰ। ਕਲੀਅਰ। ਮੇਨਲੀ ਤੁਹਾਡੇ ਲਈ ਇੱਥੇ ਫਾਰਮੂਲਾ ਇੰਪੋਰਟੈਂਟ ਹੈ, ਮੈਂ ਦੋਨਾਂ ਦਾ ਅਲੱਗ ਕਰਕੇ ਲਿਖ ਦਿੰਦੀ ਹਾਂ। ਦੇਖੋ ਮੋਲਰ ਕੰਡਕਟਿਵਿਟੀ ਦਾ ਅਗਰ ਮੈਂ ਫਾਰਮੂਲੇ ਦੀ ਗੱਲ ਕਰਾਂ, ਰੋ ਐਮ ਕਿਹਦੇ ਹੁੰਦੇ, ਕਾਪਾ ਇੰਟੂ ਵੀ। ਤਾਂ ਜਾਂ ਤੁਸੀਂ ਐਵੇਂ ਲਿਖ ਸਕਦੇ ਹੋ, ਰੋ ਐਮ ਅਗਰ ਆਪਾਂ ਕਾਪਾ ਇੰਟੂ 1000 ਬਾਏ ਐਮ। ਐਮ ਕੀ, ਇਹ ਕਿਸ ਦਾ ਸਾਈਨ ਹੈ, ਮੋਲੈਰਿਟੀ ਦਾ, ਕਿਉਂਕਿ ਕੈਪੀਟਲ ਐਮ ਮੋਲੈਰਿਟੀ ਹੁੰਦੀ ਹੈ, ਸਮॉल ਐਮ ਮੋਲੈਲਿਟੀ ਹੁੰਦੀ ਹੈ। ਕਲੀਅਰ। ਤਾਂ ਇਸ ਦਾ ਮਤਲਬ ਕੀ ਹੈ, ਕੰਡਕਟਿਵਿਟੀ ਸਾਰੇ ਆਇਨਸ ਦੀ ਜੋ ਪ੍ਰੋਡਿਊਸ ਕੀਤੇ ਨੇ 1 ਮੋਲ ਆਫ ਇਲੈਕਟ੍ਰੋਲਾਈਟ ਜੋ ਡਿਜ਼ੋਲਵ ਹੋ ਰਿਹਾ 20 ਮਿਲੀਲੀਟਰ ਆਫ ਸੋਲਿਊਸ਼ਨ ਦੇ ਵਿੱਚ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਕੀ ਸੀਗਾ,
ਇਕੁਇਵਲੈਂਟ ਕੰਡਕਟੈਂਸ ਉਹ ਕੀ ਹੁੰਦਾ? ਕੰਡਕਟੈਂਸ 1 ਮੋਲ ਦੀ ਕਿਸੇ ਵੀ ਇਲੈਕਟ੍ਰੋਲਾਈਟ ਦੀ, ਜਿਸ ਨੂੰ ਆਪਾਂ ਕੀ ਲਿਖਦੇ ਹਾਂ? K ਇੰਟੂ 1000 ਅਪੋਨ ਸੋਰੀ ਹਾਂਜੀ ਇਹ ਮੈਂ ਹੁਣੇ ਦੱਸ ਕੇ ਆਈ ਤੁਹਾਨੂੰ ਮੋਲੈਰਿਟੀ ਹੈ। ਜੇ ਆਪਾਂ ਉੱਪਰ ਗੱਲ ਕਰੀਏ ਇਕੁਇਵਲੈਂਟ ਕੰਡਕਟੈਂਸ ਦੀ, ਉੱਥੇ ਆਪਣੇ ਕੋਲ ਕੀ ਆ ਜਾਊ? ਨੋਰਮੈਲਿਟੀ ਆ ਜੂਗੀ। ਮੈਂ ਲਿਖ ਦਿੰਦੀ ਹਾਂ। ਇਹ ਤਾਂ ਆਪਣੇ ਕੋਲ ਕੀ ਸੀ? ਮੋਲਰ ਦੀ, ਮੋਲਰ ਕੰਡਕਟੀਵਿਟੀ ਦੀ। ਅਗਰ ਆਪਾਂ ਮੈਂ ਗੱਲ ਕਰਾਂ ਇਕੁਇਵਲੈਂਟ ਦੀ, ਤਾਂ ਉਹਦੇ ਕੋਲ ਕੀ ਆ ਜਾਏਗੀ? ਆਪਣੇ ਕੋਲ K ਇੰਟੂ 1000 ਬਾਏ ਨੋਰਮੈਲਿਟੀ। ਇੱਥੇ ਕੀ ਆ ਜੂਗੀ ਆਪਣੇ ਕੋਲ? ਨੋਰਮੈਲਿਟੀ ਮਤਲਬ ਆਇਨ in 1 gram per liter equivalent 1 gram equivalent to per liter। ਠੀਕ ਹੈ ਜੀ, ਇਸ ਨੂੰ ਆਪਾਂ ਕੀ ਬੋਲ ਦਿੰਦੇ ਆ? ਇਕੁਇਵਲੈਂਟ ਕੰਡਕਟੈਂਸ ਬੋਲ ਦਿੰਦੇ ਆ। ਕਲੀਅਰ? ਆਈ ਹੋਪ ਤੁਹਾਨੂੰ ਸਾਰਾ ਕੰਸੈਪਟ ਕੀ ਹੋ ਚੁੱਕਿਆ? ਕਲੀਅਰ ਹੋ ਚੁੱਕਿਆ। ਅਗਰ ਤੁਹਾਡਾ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ, ਤੇ ਨਾਲ ਨਾਲ ਆਪਣੇ ਡਾਊਟ ਕਲੀਅਰ ਕਰਦੇ ਰਹੀਓ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਪਲੀਜ਼ ਫੀਡਬੈਕ ਜ਼ਰੂਰ ਦਈਓ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ, ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੋ ਚੈਨਲ ਤੇ ਨਿਊ ਹੋ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਥੈਂਕ ਯੂ ਸੋ ਮਚ। ਥੈਂਕ ਯੂ।